ਕੰਚਨ ਆਊਟਲੁੱਕ। ਕਿਸੇ ਵੀ ਇੱਕ ਸਮੇਂ ਦੇ ਉੱਪਰ ਦੁਨੀਆ ਦੇ ਵਿੱਚ ਅਨੇਕਾਂ ਹੀ ਲੋਕ ਹੁੰਦੇ ਨੇ ਜੋ ਰਾਜ ਭਾਗ ਦੇ ਮਾਲਕ ਹੁੰਦੇ ਨੇ, ਐਸ਼ੋ ਆਰਾਮ ਦੀ ਜ਼ਿੰਦਗੀ ਦੇ ਮਾਲਕ ਹੁੰਦੇ ਨੇ। ਉਹਨਾਂ ਦੀ ਇਸ ਪ੍ਰਕਾਰ ਦੀ ਜ਼ਿੰਦਗੀ ਦਾ, ਇਸ ਪ੍ਰਕਾਰ ਦੀ ਮਲਕੀਅਤ ਦਾ ਕੀ ਫਾਇਦਾ ਹੈ, ਕੀ ਅਰਥ ਹਨ, ਕੀ ਮਤਲਬ ਬਣਦਾ ਹੈ ਇਸ ਜ਼ਿੰਦਗੀ ਦਾ। ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 392ਵੇਂ ਅੰਗ 'ਤੇ ਵਿਰਾਜਮਾਨ ਬਾਣੀ ਦੇ ਪਹਿਲੇ ਸ਼ਬਦ ਦੇ ਵਿੱਚ ਇਹ ਸਾਨੂੰ ਦੱਸਦੇ ਹਨ। ਦੂਸਰੀ ਗੱਲ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਜਾਣਨੀ ਹੈ ਉਹ ਇਹ ਕਿ ਅਸੀਂ ਸਾਰੇ ਹੀ ਮਾਇਆ ਦੇ ਮੋਹ ਵਿੱਚ ਫਸਦੇ ਹਾਂ। ਕੋਈ ਵੀ ਮਨੁੱਖ, ਖਾਸ ਕਰ ਅੱਜ ਦੇ ਸਮੇਂ ਦੇ ਵਿੱਚ, ਮਾਇਆ ਦੇ ਮੋਹ ਤੋਂ ਨਿਰਲੇਪ ਨਹੀਂ। ਘੱਟੋ ਘੱਟ ਇੱਕ ਖਾਸ ਸਮੇਂ ਤੱਕ ਤੇ ਬਿਲਕੁਲ ਵੀ ਨਹੀਂ। ਮਾਇਆ ਦੀ ਭੁੱਖ ਹਰ ਇਨਸਾਨ ਦੇ ਅੰਦਰ ਹੈ। ਜਿਵੇਂ ਜਿਵੇਂ ਅਸੀਂ ਮਾਇਆ ਇਕੱਠੀ ਕਰੀ ਜਾਂਦੇ ਹਾਂ, ਕੀ ਸਾਡੀ ਇਹ ਭੁੱਖ ਸ਼ਾਂਤ ਹੁੰਦੀ ਹੈ ਜਾਂ ਵੱਧਦੀ ਹੈ, ਇਹ ਗੁਰੂ ਸਾਹਿਬ ਸਾਨੂੰ ਦੱਸਣਗੇ। ਤੇ ਇਸ ਭੁੱਖ ਨੂੰ ਖਤਮ ਕਰਨ ਦਾ ਹੱਲ ਵੀ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਇਸ ਤ੍ਰਿਸ਼ਨਾ ਨੂੰ, ਇਸ ਭੁੱਖ ਨੂੰ ਅਸੀਂ ਖਤਮ ਕਿਵੇਂ ਕਰਨਾ। ਆਸਾਨ ਜਿਹਾ ਤਰੀਕਾ, ਇਹ ਭੁੱਖ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਜੇ ਅਸੀਂ ਗੁਰੂ ਸਾਹਿਬ ਦੁਆਰਾ ਦੱਸੇ ਗਏ ਉਸ ਰਸਤੇ ਨੂੰ ਅਪਣਾ ਲਈਏ। ਸਾਡਾ ਨਿੱਜੀ ਅਨੁਭਵ ਹੈ ਤੇ ਮੈਨੂੰ ਜ਼ਰੂਰ ਉਮੀਦ ਹੈ ਕਿ ਤੁਹਾਡੇ ਵਿੱਚੋਂ ਵੀ ਬਹੁਤਿਆਂ ਦਾ ਨਿੱਜੀ ਅਨੁਭਵ ਇਹ ਜਿਹਾ ਹੋਇਆ ਹੋਵੇਗਾ। ਤੀਸਰੇ ਨੰਬਰ 'ਤੇ ਅੱਜ ਦੀ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਸਾਨੂੰ ਇੱਕ ਸੱਚੇ ਸੰਤ ਦੀ ਪਰਿਭਾਸ਼ਾ ਦਿੰਦੇ ਹਨ ਕਿ ਜੋ ਸੱਚਾ ਸੰਤ ਹੈ ਉਹ ਕਿਹੋ ਜਿਹਾ ਹੈ, ਉਹਦੇ ਕੀ ਗੁਣ ਹਨ। ਅੱਜ ਦੀ ਵੀਡੀਓ ਦੇ ਵਿੱਚੋਂ ਵੀ ਜੇਕਰ ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਅੱਪੜਦੀ ਕਰ ਦਿਓ। ਆਓ ਹੁਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੁਰਬਾਣੀ ਦੀ ਵਿਆਖਿਆ ਦੀ। ਆਸਾ ਮਹਿਲਾ ਪੰਜਵਾਂ। ਭੂਪਤ ਹੋਏ ਕੈ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ। ਹੇ ਭਾਈ, ਜੇ ਕਿਸੇ ਨੇ ਰਾਜਾ ਬਣ ਕੇ ਰਾਜ ਦਾ ਆਨੰਦ ਵੀ ਮਾਣ ਲਿਆ, ਭੂਪਤ ਤੋਂ ਭਾਵ ਭੂਮੀ ਦਾ ਮਾਲਕ, ਜੋ ਰਾਜਾ ਹੁੰਦਾ ਹੈ ਉਹ ਇੱਕ ਖਾਸ ਇਲਾਕੇ ਦਾ ਮਾਲਕ ਹੀ ਆਪਣੇ ਆਪ ਨੂੰ ਸਮਝਦਾ ਹੈ, ਜੋ ਵੀ ਉਹਦਾ ਰਾਜ ਹੁੰਦਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਰਾਜਿਆਂ ਵਾਲਾ ਸਿਸਟਮ ਜੋ ਹੈ ਉਹ ਲਗਭਗ ਖਤਮ ਹੋ ਚੁੱਕਿਆ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੁੰਦੇ ਨੇ, ਉਹ ਵੀ ਉਸ ਦੇਸ਼ ਨੂੰ ਆਪਣੀ ਮਲਕੀਅਤ ਹੀ ਸਮਝਦੇ ਨੇ, ਉਸ ਦੇਸ਼ ਦੇ ਆਪਣੇ ਆਪ ਨੂੰ ਮਾਲਕ ਹੀ ਸਮਝਦੇ ਨੇ। ਗੁਰੂ ਸਾਹਿਬ ਕਹਿੰਦੇ ਕੀ ਹੋਇਆ ਜੇਕਰ ਕਿਸੇ ਨੇ ਰਾਜ ਭਾਗ ਦਾ ਆਨੰਦ ਮਾਣ ਲਿਆ। ਕਰ ਕਰ ਅਨਰਥ ਵਿਹਾਜੀ ਮਾਇਆ, ਦੂਜਿਆਂ ਦੇ ਉੱਪਰ ਤਸ਼ੱਦਦ ਕਰ ਕਰਕੇ, ਅਨਰਥ ਕਰ ਕਰਕੇ ਮਾਇਆ ਇਕੱਠੀ ਕਰ ਲਈ। ਸੰਚਤ ਸੰਚਤ ਥੈਲੀ ਕੀਨੀ, ਇਹ ਮਾਇਆ ਇੰਨੀ ਕੁ ਇਕੱਠੀ ਕਰ ਲਈ ਕਿ ਖਜ਼ਾਨਾ ਤਿਆਰ ਕਰ ਲਿਆ ਆਪਣੇ ਆਪ ਲਈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਪਰ ਇਹਨਾਂ ਸਭ ਕਾਸੇ ਦਾ ਫਾਇਦਾ ਕੀ ਹੋਇਆ। ਗੁਰੂ ਸਾਹਿਬ ਕਹਿੰਦੇ ਅੰਤ ਵੇਲੇ ਪਰਮਾਤਮਾ ਨੇ ਜਦੋਂ ਉਹਦੀ ਝੋਲੀ ਦੇ ਵਿੱਚ ਮੌਤ ਪਰੋਸੀ ਤੇ ਜੋ ਕੁਝ ਵੀ ਉਹਨੇ ਇਕੱਤਰ ਕੀਤਾ ਸੀ ਸਾਰੇ ਜੀਵਨ ਦੇ ਵਿੱਚ, ਉਹਦੇ ਤੋਂ ਖੋ ਕੇ ਕਿਸੇ ਦੂਜੇ ਨੂੰ ਸੌਂਪ ਦਿੱਤਾ, ਕਿਉਂਕਿ ਉਹ ਨਾਲ ਤੇ ਲਿਜਾ ਨਹੀਂ ਸਕਦਾ। ਸਾਰੀ ਜ਼ਿੰਦਗੀ ਇਕੱਤਰ ਕਰਦਾ ਰਿਹਾ ਪਰ ਨਾਲ ਤੇ ਲਿਜਾ ਨਹੀਂ ਸਕਦਾ। ਸੁਭਾਵਿਕ ਹੀ ਕਿਸੇ ਹੋਰ ਨੂੰ ਉਹ ਜੋ ਕੁਝ ਵੀ ਉਹਨੇ ਇਕੱਤਰ ਕੀਤਾ ਮਿਲ ਜਾਣਾ ਹੈ। ਤੇ ਇਹ ਪ੍ਰਕਿਰਿਆ ਚਲਾਈ ਕਿੰਨੇ? ਉਸ ਪ੍ਰਮਾਤਮਾ ਨੇ, ਕਿਉਂਕਿ ਮੌਤ ਬਖਸ਼ਣ ਵਾਲਾ ਤੇ ਪ੍ਰਮਾਤਮਾ ਹੀ ਹੈ। ਕਾਚ ਗਗਰੀਆ ਅੰਬ ਮਜਰੀਆ। ਸੋ ਭਾਈ ਚੇਤੇ ਰੱਖੋ ਕਿ ਸਾਡਾ ਇਹ ਮਨੁੱਖਾ ਸਰੀਰ ਇੱਕ ਕੱਚੀ ਮਿੱਟੀ ਦੀ ਗਾਗਰ ਹੈ ਜਿਹੜੀ ਪਾਣੀ ਦੇ ਵਿਚਕਾਰ ਤੈਰ ਰਹੀ ਹੈ। ਅੰਬ ਤੋਂ ਭਾਵ ਪਾਣੀ, ਮਜਰੀਆ ਤੋਂ ਭਾਵ ਵਿੱਚ। ਕਾਚ ਗਗਰੀਆ ਅੰਬ ਮਜਰੀਆ। ਗਰਭ ਗਰਭ ਉਆਹੂ ਮਹਿ ਪਰੀਆ ਰਹਾਓ। ਜਿਵੇਂ ਕੱਚੀ ਮਿੱਟੀ ਦੀ ਗਾਗਰ ਜੇਕਰ ਪਾਣੀ ਦੇ ਵਿੱਚ ਤੈਰ ਰਹੀ ਹੋਵੇ, ਹਵਾ ਦੇ ਨਾਲ, ਪਾਣੀ ਦੇ ਗੋਤਿਆਂ ਦੇ ਨਾਲ ਉਹ ਹਿਲਦੀ ਡੁਲਦੀ ਖੁਰਦੀ ਜਾਂਦੀ ਹੈ ਤੇ ਅੰਤ ਨੂੰ ਖਤਮ ਹੋ ਜਾਂਦੀ ਹੈ। ਉਸੇ ਪ੍ਰਕਾਰ ਹੀ ਜੋ ਮਨੁੱਖ ਹੈ ਉਹ ਹੰਕਾਰ ਕਰ ਕਰਕੇ ਆਪਣੇ ਆਤਮਿਕ ਜੀਵਨ ਨੂੰ ਖੋਰਾ ਲਾ ਰਿਹਾ ਹੈ ਤੇ ਅੰਤ ਨੂੰ ਸੰਸਾਰ ਸਮੁੰਦਰ ਦੇ ਵਿੱਚ ਹੀ ਗਰਕ ਹੋ ਜਾਂਦਾ ਹੈ, ਡੁੱਬ ਜਾਂਦਾ ਹੈ। ਨਿਰਭਉ ਹੋਇਓ ਭਇਆ ਨਿਹੰਗਾ,
ਚੀਤ ਨਾ ਆਇਓ ਕਰਤਾ ਸੰਗਾ। ਇਹ ਜੋ ਰਾਜ ਭਾਗ ਦੇ ਮੋਹ ਦੇ ਵਿੱਚ ਲਿਪਤ ਇਨਸਾਨ ਹੈ, ਉਹ ਕਿਤੇ ਨਾ ਕਿਤੇ ਨਿਰਭਉ ਹੋਇਆ ਹੈ। ਇਸ ਨਿਰਭਉ ਤੇ ਇੱਕ ਜੋ ਗੁਰੂ ਦੀ ਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ, ਦੋਨਾਂ ਦੇ ਵਿੱਚ ਫਰਕ ਹੈ। ਜੋ ਰਾਜ ਭਾਗ ਦੇ ਮੋਹ ਦੇ ਵਿੱਚ ਲਿਪਤ ਹੋ ਕੇ ਨਿਰਭਉ ਹੋਇਆ ਹੈ, ਉਹਦਾ ਅਰਥ ਹੈ ਕਿ ਉਹਨੂੰ ਮੌਤ ਚੇਤੇ ਦੇ ਵਿੱਚ ਨਹੀਂ। ਉਹ ਇਸ ਗੱਲ ਨੂੰ ਚੇਤੇ ਨਹੀਂ ਰੱਖਦਾ ਕਿ ਇਹ ਸਭ ਕੁਝ ਛੱਡ ਕੇ ਉਹਨੇ ਇੱਕ ਦਿਨ ਚਲੇ ਜਾਣਾ ਹੈ। ਜੋ ਗੁਰਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ, ਉਹ ਹੈ ਕਿ ਮੌਤ ਦਾ ਸਾਨੂੰ ਡਰ ਨਹੀਂ ਲੱਗਦਾ। ਜਦੋਂ ਆ ਜਾਂਦੀ ਹੈ ਤੇ ਅਸੀਂ ਖਿੜੇ ਮੱਥੇ ਸਤਿਕਾਰ ਕਰ ਲੈਂਦੇ ਹਾਂ। ਰਾਜ ਭਾਗ ਦੇ ਵਿੱਚ ਲਿਪਤ ਹੋਇਆ ਬੰਦਾ ਕਦੇ ਵੀ ਇਸ ਅਵਸਥਾ 'ਤੇ ਪਹੁੰਚ ਨਹੀਂ ਸਕਦਾ। ਉਹ ਮੌਤ ਨੂੰ ਕਦੇ ਵੀ ਖਿੜੇ ਮੱਥੇ ਸਤਿਕਾਰ ਨਹੀਂ ਕਰ ਸਕਦਾ, ਅਤੇ ਉਹਦਾ ਸਭ ਤੋਂ ਵੱਡਾ ਕਾਰਨ ਹੀ ਉਹਦਾ ਰਾਜ ਭਾਗ ਬਣਦਾ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਉਸ ਵਕਤ ਇਹੀ ਵਲਵਲੇ ਉੱਠਦੇ ਨੇ ਕਿ ਸਾਰੀ ਜ਼ਿੰਦਗੀ ਇਹ ਸਭ ਕੁਝ ਮੈਂ ਇਕੱਠਾ ਕਰਦਾ ਰਿਹਾ, ਹੁਣ ਮੇਰੇ ਕੰਮ ਨਹੀਂ ਆ ਰਿਹਾ। ਗੁਰਬਾਣੀ ਦੇ ਲੜ ਲੱਗਿਆ ਮਨੁੱਖ ਤੇ ਇਹਨਾਂ ਮਲਕੀਅਤਾਂ ਤੋਂ ਨਿਰਲੇਪ ਹੁੰਦਾ ਹੈ। ਉਹਦੇ ਮਨ ਦੇ ਵਿੱਚ ਇੰਜ ਦੇ ਵਲਵਲੇ ਨਹੀਂ ਹੁੰਦੇ। ਉਹਦੇ ਮਨ ਦੇ ਵਿੱਚ ਤੇ ਸਿਰਫ ਇੱਕ ਹੀ ਗੱਲ ਟਿਕੀ ਹੁੰਦੀ ਹੈ ਕਿ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਮੈਂ ਆਪਣਾ ਜੀਵਨ ਬਤੀਤ ਕੀਤਾ, ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਮੈਨੂੰ ਹੁਣ ਮੌਤ ਮਿਲ ਰਹੀ ਹੈ। ਸੋ ਨਿਰਭਉ ਹੋਇਓ ਭਇਆ ਨਿਹੰਗਾ। ਇਹ ਰਾਜ ਭਾਗ ਦੇ ਵਿੱਚ ਲਿਪਤ ਬੰਦਾ ਨਿਰਭਉ ਹੋਇਆ ਰਹਿੰਦਾ ਹੈ, ਮੌਤ ਦੇ ਡਰ ਨੂੰ ਚੇਤੇ ਦੇ ਵਿੱਚ ਨਹੀਂ ਰੱਖਦਾ, ਮੌਤ ਨੂੰ ਚੇਤੇ ਵਿੱਚ ਨਹੀਂ ਰੱਖਦਾ, ਢੀਠ ਹੋਇਆ ਹੁੰਦਾ ਹੈ। ਚੀਤ ਨਾ ਆਇਓ ਕਰਤਾ ਸੰਗਾ। ਕਰਤਾਰ ਜੋ ਉਹਦੇ ਸੰਗ ਵਸਦਾ ਹੈ, ਉਹਦੇ ਚਿੱਤ ਦੇ ਵਿੱਚ ਨਹੀਂ ਆਉਂਦਾ। ਲਸ਼ਕਰ ਜੋੜੇ ਕੀਆ ਸੰਬਾਹਾ, ਨਿਕਸਿਆ ਫੂਕ ਤਾਂ ਹੋਏ ਗਇਓ ਸੁਆਹਾ। ਫੌਜਾਂ ਜਮ੍ਹਾਂ ਕਰਕੇ ਲਾਮ ਲਸ਼ਕਰ ਬਣਾ ਲਏ। ਗੁਰੂ ਸਾਹਿਬ ਕਹਿੰਦੇ ਤਾਂ ਵੀ ਕੀ ਹੋਇਆ, ਅੰਤ ਵੇਲੇ ਜਦੋਂ ਫੂਕ ਨਿਕਲ ਜਾਏ, ਜਦੋਂ ਸਵਾਸ ਨਿਕਲ ਜਾਣ ਤਾਂ ਸਰੀਰ ਸੁਆਹ ਹੋ ਜਾਂਦਾ ਹੈ, ਅਤੇ ਉਹ ਲਾਮ ਲਸ਼ਕਰ ਜੋ ਨੇ ਉਹ ਜੋੜੇ ਦੇ ਜੋੜੇ ਹੀ ਰਹਿ ਜਾਂਦੇ ਨੇ। ਉਹ ਉਸ ਸਰੀਰ ਨੂੰ ਸੁਆਹ ਹੋਣ ਤੋਂ ਬਚਾ ਨਹੀਂ ਸਕਦੇ। ਉੱਚੇ ਮੰਦਰ ਮਹਿਲ ਅਰਰਾਨੀ, ਹਸਤ ਘੋੜੇ ਜੋੜੇ ਮਨ ਭਾਨੀ। ਕੀ ਹੋਇਆ ਜੇਕਰ ਉਸ ਇਨਸਾਨ ਨੂੰ ਉੱਚੇ ਮਹਿਲ ਮਾੜੀਆਂ ਰਹਿਣ ਲਈ ਮਿਲ ਗਏ, ਸੁੰਦਰ ਰਾਣੀ ਮਿਲ ਗਈ, ਵਧੀਆ ਕਿਸਮ ਦੇ ਹਾਥੀ ਘੋੜੇ ਮਿਲ ਗਏ, ਮਨ ਭਾਉਂਦੇ ਕੱਪੜੇ ਉਹਨੂੰ ਪਹਿਨਣ ਨੂੰ ਮਿਲ ਗਏ। ਵੱਡ ਪਰਿਵਾਰ ਪੂਤ ਅਰ ਧੀਆਂ, ਮੋਹੇ ਪਚੇ ਪਚ ਅੰਧਾ ਮੂਆ। ਜੇ ਪੁੱਤਰਾਂ ਧੀਆਂ ਵਾਲਾ ਵੱਡਾ ਉਹਦਾ ਪਰਿਵਾਰ ਵੀ ਬਣ ਗਿਆ ਤਾਂ ਵੀ ਕੀ ਹੋਇਆ, ਹੋ ਤੇ ਆਖਰਕਾਰ ਉਹ ਮਾਇਆ ਦੇ ਮੋਹ ਵਿੱਚ ਖੁਆਰ ਹੀ ਰਿਹਾ ਹੈ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਬੈਠਾ ਉਹ ਆਤਮਕ ਮੌਤ ਹੀ ਸਹੇੜੀ ਬੈਠਾ ਹੈ। ਜਿਨ ਹੈ ਉਪਾਹਾ ਤਿਨ ਹੈ ਬਿਨਾਹਾ। ਜਿਸ ਪਰਮਾਤਮਾ ਨੇ ਉਹਨੂੰ ਪੈਦਾ ਕੀਤਾ ਸੀ, ਉਸੇ ਪਰਮਾਤਮਾ ਨੇ ਉਹਨੂੰ ਨਾਸ ਵੀ ਕਰ ਦਿੱਤਾ। ਰੰਗ ਰਸਾ ਜੈਸੇ ਸੁਪਨਾਹਾ। ਤੇ ਜਦੋਂ ਅੰਤ ਨੂੰ ਉਹ ਆਪਣੇ ਜੀਵਨ ਦੇ ਉੱਪਰ ਝਾਤ ਮਾਰਦਾ ਹੈ ਤਾਂ ਰੰਗ ਤਮਾਸ਼ੇ ਜਿਹੜੇ ਉਹਨੇ ਮਾਨੇ, ਉਹ ਉਹਨੂੰ ਇੱਕ ਸੁਪਨੇ ਵਾਂਗ ਜਾਪਦੇ ਨੇ। ਸੋਈ ਮੁਕਤਾ ਤਿਸ ਰਾਜ ਮਾਲ, ਨਾਨਕ ਦਾਸ ਜਿਸ ਖਸਮ ਦਇਆਲ। ਮਾਇਆ ਦੇ ਮੋਹ ਤੋਂ ਉਹੀ ਇਨਸਾਨ ਮੁਕਤ ਹੁੰਦਾ ਹੈ, ਨਿਰਲੇਪ ਹੁੰਦਾ ਹੈ। ਉਹੀ ਇਨਸਾਨ ਪਰਮਾਤਮਾ ਦੇ ਨਾਮ ਰੂਪੀ ਅਸਲੀ ਰਾਜ, ਅਸਲੀ ਧਨ ਕਮਾਉਂਦਾ ਹੈ, ਜਿਸ ਦੇ ਉੱਪਰ ਮਾਲਕ ਪਰਮਾਤਮਾ ਦਇਆਲੂ ਹੁੰਦਾ ਹੈ, ਜਿਸ ਦੇ ਉੱਪਰ ਮਾਲਕ ਪਰਮਾਤਮਾ ਆਪਣੀ ਦਇਆ ਕਰਦਾ ਹੈ, ਕਿਰਪਾ ਕਰਦਾ ਹੈ। ਆਸਾ ਮਹਿਲਾ ਪੰਜਵਾਂ। ਇਨਸਿਓ ਪ੍ਰੀਤ ਕਰੀ ਕਨੇਰੀ, ਜੋ ਮਿਲੀਐ ਤੋ ਵਧੈ ਵਧੇਰੀ। ਜੇਕਰ ਮਾਇਆ ਦੇ ਨਾਲ ਅਸੀਂ ਪ੍ਰੀਤ ਕਰੀਏ, ਪ੍ਰੇਮ ਕਰੀਏ, ਤਾਂ ਜਿਵੇਂ ਜਿਵੇਂ ਇਹਦੇ ਨਾਲ ਸਾਡਾ ਸਾਥ ਬਣਦਾ ਹੈ, ਜਿਵੇਂ ਜਿਵੇਂ ਅਸੀਂ ਜ਼ਿਆਦਾ ਮਾਇਆ ਇਕੱਤਰ ਕਰਦੇ ਹਾਂ, ਤਿਵੇਂ ਤਿਵੇਂ ਹੀ ਸਾਡੀ ਭੁੱਖ ਵਧੇਰੇ ਵੱਧਦੀ ਜਾਂਦੀ ਹੈ। ਦੇਖੋ ਕਿੰਨਾ ਉਲਟ ਵਰਤਾਰਾ ਹੈ। ਸਿੱਧੀ ਗੱਲ ਤੇ ਇਹ ਹੈ ਕਿ ਸਾਨੂੰ ਭੁੱਖ ਲੱਗੀ ਹੈ, ਅਸੀਂ ਕੁਝ ਖਾ ਲਈਏ ਤੇ ਭੁੱਖ ਸ਼ਾਂਤ ਹੋ ਜਾਏ, ਤੇ ਇਹ ਮਾਇਆ ਦੀ ਭੁੱਖ ਉਲਟੀ ਗੰਗਾ ਹੈ। ਜਿੰਨਾ ਖਾਂਦੇ ਜਾਂਦੇ ਹਾਂ, ਜਿੰਨੀ ਮਾਇਆ ਇਕੱਤਰ ਕਰਦੇ ਜਾਂਦੇ ਹਾਂ, ਇਹ ਭੁੱਖ ਸਗੋਂ ਉਨੀ ਹੀ ਵੱਧਦੀ ਜਾਂਦੀ ਹੈ। ਗਲ ਚਮੜੀ ਜੋ ਛੋੜੈ ਨਾਹੀ, ਲਾਗ ਛੁੱਟੋ ਸਤਿਗੁਰ ਕੀ ਪਾਈ। ਇਹ ਸਾਡੇ ਗਲ ਵਿੱਚ ਪੈ ਜਾਂਦੀ ਹੈ, ਸਾਡੇ ਗਲ ਨੂੰ ਚਿੰਬੜ ਜਾਂਦੀ ਹੈ, ਛੱਡਦੀ ਨਹੀਂ। ਲੇਕਿਨ ਜਦੋਂ ਅਸੀਂ ਸਤਿਗੁਰ ਦੇ ਚਰਨੀ ਲੱਗ ਜਾਈਏ ਤਾਂ ਇਹਦੇ ਤੋਂ ਖਲਾਸੀ ਪਾ ਲਈਦੀ ਹੈ। ਹੱਲ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਮਾਇਆ ਦੇ ਮੋਹ ਤੋਂ ਖਲਾਸੀ ਪਾਉਣ ਦਾ।
ਸਤਿਗੁਰੂ ਦੇ ਚਰਨੀ ਲੱਗ ਜਾਓ। ਅੱਜ ਦੇ ਯੁੱਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਇਹਨਾਂ ਦੇ ਚਰਨੀ ਅਸੀਂ ਲੱਗੇ ਹੋਏ ਹਾਂ ਤੇ ਇਹਦਾ ਨਤੀਜਾ ਵੀ ਸਾਨੂੰ ਜ਼ਰੂਰ ਮਿਲਿਆ ਹੈ। ਜਗ ਮੋਹਨੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵੱਜੀ ਵਧਾਈ ਰਹਾਓ। ਗੁਰੂ ਸਾਹਿਬ ਕਹਿੰਦੇ ਨੇ, ਇਹ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ, ਮਾਇਆ ਦੇ ਤਿੰਨੇ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਉਸ ਪ੍ਰਮਾਤਮਾ ਦੇ ਨਾਲ ਮੇਰਾ ਸਾਥ ਬਣਿਆ ਹੈ, ਨਿਰਗੁਣ ਮਿਲਿਓ ਵੱਜੀ ਵਧਾਈ, ਮੇਰੇ ਹਿਰਦੇ ਵਿੱਚ ਉਤਸ਼ਾਹ ਭਰੀ ਅਵਸਥਾ ਬਣ ਗਈ ਹੈ। ਇੰਜ ਲੱਗਦਾ ਹੈ ਜਿਵੇਂ ਮੇਰੇ ਅੰਦਰ ਸ਼ਹਿਨਾਈਆਂ ਵੱਜ ਰਹੀਆਂ ਹੋਣ। ਉਸ ਵਕਤ ਤੋਂ ਹੀ ਇਸ ਸਾਰੇ ਜਗਤ ਨੂੰ ਮੋਹ ਲੈਣ ਵਾਲੀ ਮਾਇਆ ਨੂੰ ਮੈਂ ਤਿਆਗ ਦਿੱਤਾ ਹੈ, ਪਰੇ ਸੁੱਟ ਦਿੱਤਾ ਹੈ। ਐਸੀ ਸੁੰਦਰ ਮਨ ਕੋ ਮੋਹ ਹੈ, ਬਾਟ ਘਾਟ ਗ੍ਰਹਿ ਬਨ ਬਨ ਜੋ ਹੈ। ਗੁਰੂ ਸਾਹਿਬ ਕਹਿੰਦੇ, ਹੈ ਭਾਈ ਇਹ ਮਾਇਆ ਐਸੀ ਸੋਹਣੀ ਹੈ ਕਿ ਮਨੁੱਖ ਦੇ ਮਨ ਨੂੰ ਤੁਰਤ ਹੀ ਮੋਹ ਲੈਂਦੀ ਹੈ। ਰਸਤੇ ਵਿੱਚ ਤੁਰਦਿਆਂ, ਪੱਤਣ ਉੱਤੋਂ ਲੰਘਦਿਆਂ, ਘਰ ਵਿੱਚ ਬੈਠਿਆਂ, ਜੰਗਲਾਂ ਦੇ ਵਿੱਚ ਭੌਂਦਿਆਂ, ਹਰ ਵਕਤ ਇਹ ਮਾਇਆ ਮਨੁੱਖ ਦੇ ਮਨ ਨੂੰ ਮੋਹਣ ਦੇ ਲਈ ਤਾਕ ਲਾਈ ਰੱਖਦੀ ਹੈ। ਮਨ ਤਨ ਲਾਗੈ ਹੋਏ ਕੈ ਮਿੱਠੀ, ਗੁਰ ਪ੍ਰਸਾਦ ਮੈਂ ਖੋਟੀ ਡਿੱਠੀ। ਮਿੱਠੀ ਬਣ ਕੇ ਇਹ ਮਨੁੱਖ ਦੇ ਮਨ ਨੂੰ ਤੇ ਤਨ ਨੂੰ ਆ ਚੁੰਬੜਦੀ ਹੈ, ਲੇਕਿਨ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਇਹ ਖੋਟੀ ਲੱਗਣ ਲੱਗਦੀ ਹੈ। ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਗੁਰੂ ਦੀ ਕਿਰਪਾ ਸਾਡੇ ਤੇ ਹੋ ਜਾਂਦੀ ਹੈ ਤੇ ਇਹ ਮਾਇਆ ਜਿਹੜੀ ਪੂਰੇ ਜਗਤ ਦੇ ਲਈ ਮਿੱਠੀ ਹੈ, ਸਾਨੂੰ ਇਹ ਖੋਟੀ ਲੱਗਣ ਲੱਗਦੀ ਹੈ। ਇਹਦੀ ਅਸਲੀਅਤ ਅਸੀਂ ਜਾਣ ਜਾਂਦੇ ਹਾਂ। ਅਗਰਕ ਉਸਕੇ ਵੱਡੇ ਠਗਾਊ, ਛੋਡਾ ਨਾਹੀਂ ਬਾਪ ਨਾ ਮਾਊ। ਅਗਰਕ ਤੋਂ ਭਾਵ ਚੌਧਰੀ, ਮੁਸਾਹਬ, ਅੱਗੇ ਅੱਗੇ ਤੁਰਨ ਵਾਲੇ। ਕਾਮ ਆਦਿਕ ਜੋ ਵਿਕਾਰ ਹਨ, ਇਸ ਮਾਇਆ ਦੇ ਚੌਧਰੀ ਨੇ, ਅੱਗੇ ਅੱਗੇ ਤੁਰਨ ਵਾਲੇ ਨੇ। ਪਹਿਲਾਂ ਇਹ ਵਿਕਾਰ ਸਾਡੇ ਮਨ 'ਤੇ ਕਾਬੂ ਪਾਉਂਦੇ ਹੈ, ਮਾਇਆ ਇਹਨਾਂ ਦੇ ਪਿੱਛੇ ਪਿੱਛੇ ਆ ਕੇ ਸਾਡੇ ਮਨ ਵਿੱਚ ਘਰ ਕਰ ਜਾਂਦੀ ਹੈ। ਇਹ ਮਾਇਆ ਤੋਂ ਵੀ ਵੱਡੇ ਠੱਗ ਨੇ। ਛੋਡਾ ਨਾਹੀਂ ਬਾਪ ਨਾ ਮਾਊ। ਬਾਪ ਹੋਵੇ ਚਾਹੇ ਮਾਂ ਹੋਵੇ, ਇਹ ਕਿਸੇ ਨੂੰ ਵੀ ਠੱਗਣੋਂ ਛੱਡਦੇ ਨਹੀਂ। ਮੇਲੀ ਆਪਣੇ ਉਨ ਲੈ ਬਾਂਧੇ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਮੁਸਾਹਬਾਂ ਦੇ ਨਾਲ, ਇਹਨਾਂ ਚੌਧਰੀਆਂ ਦੇ ਨਾਲ ਮੇਲ ਮੁਲਾਕਾਤ ਪਾਈ, ਇਹਨਾਂ ਚੌਧਰੀਆਂ ਨੇ ਆਪਣੇ ਮੋਹ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਜਕੜ ਲਿਆ, ਬੰਨ੍ਹ ਲਿਆ। ਪਰ ਗੁਰੂ ਸਾਹਿਬ ਕਹਿੰਦੇ, ਜਦੋਂ ਤੋਂ ਮੈਂ ਗੁਰੂ ਦੇ ਲੜ ਲੱਗਿਆ, ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹ ਸਾਰੇ ਹੀ ਕਾਬੂ ਵਿੱਚ ਕਰ ਲਏ। ਗੁਰ ਕਿਰਪਾ ਤੇ ਮੈਂ ਸਗਲੇ ਸਾਧੇ। ਅਬ ਮੋਰਾ ਮਨ ਭਇਆ ਆਨੰਦ, ਭਉ ਚੂਕਾ ਟੂਟੇ ਸਭ ਫੰਦ। ਜਦੋਂ ਦਾ ਸਤਿਗੁਰੂ ਮਿਲ ਪਿਆ ਹੈ, ਇਹ ਨਾਨਕ, ਤਦੋਂ ਤੋਂ ਮੇਰੇ ਮਨ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਇਹਨਾਂ ਕਾਮ ਆਦਿਕ ਮੁਸਾਹਬਾਂ ਦਾ ਡਰ ਮੇਰੇ ਅੰਦਰੋਂ ਮੁੱਕ ਗਿਆ ਹੈ। ਮਾਇਆ ਦੇ ਮੋਹ ਦੇ ਸਾਰੇ ਹੀ ਫੰਦੇ ਟੁੱਟ ਗਏ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਘਰ ਸਗਲਾ ਮੈਂ ਸੁਖੀ ਵਸਾਇਆ। ਜਦੋਂ ਤੋਂ ਮੈਨੂੰ ਸਤਿਗੁਰੂ ਮਿਲਿਆ ਹੈ, ਉਦੋਂ ਤੋਂ ਮੈਂ ਆਪਣਾ ਸਾਰਾ ਹੀ ਘਰ ਸੁਖੀ ਵਸਾ ਲਿਆ ਹੈ। ਇੱਥੇ ਘਰ ਤੋਂ ਭਾਵ ਹੈ ਸਾਡੇ ਗਿਆਨ ਇੰਦਰੀਆਂ ਦਾ ਪਰਿਵਾਰ। ਸਾਡੇ ਸਰੀਰਕ ਜੋ ਇੰਦਰੀ ਹਨ, ਉਹਨਾਂ ਨੂੰ ਮਿਲ ਕੇ ਬਣਿਆ ਹੋਇਆ ਪਰਿਵਾਰ। ਜਦ ਤੱਕ ਮਾਇਆ ਦੇ ਮੋਹ ਵਿੱਚ ਲੱਗਾ ਹੈ, ਸਾਰੇ ਹੀ ਇੰਦਰੀ ਬੇਚੈਨ ਹਨ। ਅੱਖਾਂ ਤਰਸਦੀਆਂ ਰਹਿੰਦੀਆਂ ਨੇ ਕੁਝ ਸੋਹਣਾ ਵੇਖਣ ਲਈ। ਨੱਕ ਤਰਸਦਾ ਰਹਿੰਦਾ ਹੈ ਸੋਹਣੀਆਂ ਸੋਹਣੀਆਂ ਖੁਸ਼ਬੂਆਂ ਸੁੰਘਣ ਦੇ ਲਈ। ਹੱਥ ਤਰਸਦੇ ਨੇ ਚੰਗੀਆਂ ਮੁਲਾਇਮ ਚੀਜ਼ਾਂ ਨੂੰ ਜਾਂ ਸਰੀਰਾਂ ਨੂੰ ਛੂਹਣ ਦੇ ਲਈ। ਮੁੱਖ ਤਰਸਦਾ ਰਹਿੰਦਾ ਹੈ ਸੁਆਦਲੇ ਭੋਜਨਾਂ ਨੂੰ ਚਖਣ ਦੇ ਲਈ। ਪਰ ਜਦੋਂ ਸਤਿਗੁਰੂ ਮਿਲ ਪਏ ਤੇ ਇਹ ਸਾਰੇ ਹੀ ਫਾਹੇ ਟੁੱਟ ਜਾਂਦੇ ਨੇ। ਇਹ ਸਾਰੇ ਹੀ ਗਿਆਨ ਇੰਦਰੀ ਸੁੱਖ ਦੇ ਵਿੱਚ ਵਸਣ ਲੱਗਦੇ ਨੇ, ਤਾਂਗ ਕਰਨੋਂ ਹਟ ਜਾਂਦੇ ਨੇ। ਹੁਣ ਨਹੀਂ ਤਰਸਦੇ ਇਹ ਜਿਨ੍ਹਾਂ ਚੀਜ਼ਾਂ ਨੂੰ ਪਹਿਲਾਂ ਤਰਸਦੇ ਸਨ। ਸਤਿਗੁਰੂ ਦੇ ਲੜ ਲੱਗਣ ਦੇ ਫਾਇਦੇ ਗੁਰੂ ਸਾਹਿਬ ਨੇ ਸਾਨੂੰ ਪਿਛਲੇ ਸ਼ਬਦ ਦੇ ਰਾਹੀਂ ਦੱਸੇ ਤੇ ਇਸ ਸ਼ਬਦ ਦੇ ਵਿੱਚ ਸਾਨੂੰ ਸਤਿਗੁਰੂ ਦੀ ਪਰਿਭਾਸ਼ਾ ਵੀ ਦੇ ਜਾਂਦੇ ਨੇ। ਆਸਾ ਮਹਿਲਾ ਪੰਜਵਾਂ। ਆਠ ਪਹਿਰ ਨਿਕਟ ਕਰ ਜਾਨੈ, ਪ੍ਰਭ ਕਾ ਕੀਆ ਮੀਠਾ ਮਨ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਸਾਰ। ਪਰਮਾਤਮਾ ਦਾ ਭਗਤ ਉਹ ਹੈ, ਸਤਿਗੁਰੂ ਉਹ ਹੈ, ਸੰਤ ਉਹ ਹੈ ਜੋ ਅੱਠੇ ਪਹਿਰ ਉਸ ਪਰਮਾਤਮਾ ਨੂੰ
ਨੇੜੇ ਵਸਦਾ ਸਮਝਦਾ ਹੈ। ਪ੍ਰਮਾਤਮਾ ਦੀ ਰਜ਼ਾ ਨੂੰ ਜੋ ਮਿੱਠਾ ਕਰਕੇ ਮੰਨਦਾ ਹੈ, ਪ੍ਰਮਾਤਮਾ ਦਾ ਨਾਮ ਹੀ ਸੰਤ ਜਨਾਂ ਦੀ ਜ਼ਿੰਦਗੀ ਦਾ ਆਸਰਾ ਬਣਿਆ ਰਹਿੰਦਾ ਹੈ। ਜੋ ਸੰਤ ਜਨ ਹਨ ਉਹ ਸਾਰਿਆਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ। ਸੰਤ ਰਹਿਤ ਸੁਨੋ ਮੇਰੇ ਭਾਈ, ਊਆ ਕੀ ਮਹਿਮਾ ਕਥਨ ਨਾ ਜਾਈ ਰਹਾਓ। ਹੇ ਮੇਰੇ ਵੀਰ, ਪ੍ਰਮਾਤਮਾ ਦੇ ਸੰਤ ਦੀ ਜੀਵਨ ਜੁਗਤੀ ਸੁਣ। ਉਸ ਦਾ ਜੀਵਨ ਇਤਨਾ ਉੱਚਾ ਹੈ ਕਿ ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ। ਵਰਤਨ ਜਾ ਕੈ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ। ਮਿੱਤਰ ਸੱਤਰ ਜਾ ਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਇਹ ਭਾਈ, ਸੰਤ ਉਹ ਹੈ ਜਿਸ ਦੇ ਹਿਰਦੇ ਵਿੱਚ ਸਿਰਫ ਹਰੀ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ। ਸਦਾ ਆਨੰਦ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਸੰਤ ਦੀ ਜ਼ਿੰਦਗੀ ਦਾ ਸਹਾਰਾ ਹੈ। ਸੰਤ ਉਹ ਹੈ ਜਿਹਦੇ ਮਨ ਵਿੱਚ ਮਿੱਤਰ ਤੇ ਵੈਰੀ ਇੱਕੋ ਜਿਹੇ ਹੀ ਲੱਗਦੇ ਨੇ। ਜਿਹਨੂੰ ਕੋਈ ਵੈਰੀ ਲੱਗਦਾ ਹੀ ਨਹੀਂ, ਸਾਰੇ ਮਿੱਤਰ ਹੀ ਮਿੱਤਰ ਲੱਗਦੇ ਨੇ, ਕਿਉਂਕਿ ਅਸਲੀ ਸੰਤ ਸਾਰੇ ਹੀ ਜੀਵਾਂ ਦੇ ਵਿੱਚ ਉਸ ਇੱਕ ਪ੍ਰਮਾਤਮਾ ਨੂੰ ਵਸਿਆ ਦੇਖਦਾ ਹੈ। ਉਹਦੇ ਤੋਂ ਬਿਨਾਂ ਕਿਸੇ ਹੋਰ ਨੂੰ ਵਸਿਆ ਨਹੀਂ ਵੇਖਦਾ, ਕਿਉਂਕਿ ਸਭਨਾਂ ਦੇ ਵਿੱਚ ਉਸ ਸੰਤ ਜਨ ਨੂੰ ਇੱਕ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਇਸ ਕਰਕੇ ਸਾਰੇ ਜੀਵ ਉਹਨੂੰ ਇੱਕ ਬਰਾਬਰ ਹੀ ਦਿਸਦੇ ਨੇ, ਕੋਈ ਮਿੱਤਰ ਤੇ ਕੋਈ ਵੈਰੀ ਨਹੀਂ ਲੱਗਦਾ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਪ੍ਰਮਾਤਮਾ ਦਾ ਜੋ ਸੱਚਾ ਸੰਤ ਹੈ ਉਹ ਕਰੋੜਾਂ ਹੀ ਜੀਵਾਂ ਦੇ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ। ਸੰਤ ਜਨ ਦੂਜਿਆਂ ਦੇ ਦੁੱਖ ਦੂਰ ਕਰਨ ਦੇ ਸਮਰੱਥ ਹੋ ਜਾਂਦੇ ਹਨ, ਦੂਜਿਆਂ ਨੂੰ ਆਤਮਿਕ ਜੀਵਨ ਦੀ ਦਾਤ ਬਖਸ਼ਣ ਦੇ ਸਮਰੱਥ ਹੋ ਜਾਂਦੇ ਹਨ। ਸੂਰਬੀਰ ਬਚਨ ਕੇ ਬਲੀ, ਵਿਕਾਰਾਂ ਦਾ ਟਾਕਰਾ ਕਰਨ ਵਾਲੇ ਸੂਰਮੇ ਹੁੰਦੇ ਹਨ। ਆਪਣੇ ਕੀਤੇ ਹੋਏ ਬਚਨਾਂ ਦੀ ਪਾਲਣਾ ਕਰਨ ਵਾਲੇ ਹੁੰਦੇ ਹਨ ਪ੍ਰਮਾਤਮਾ ਦੇ ਸੰਤ। ਕੌਲਾ ਬਪੁਰੀ ਸੰਤੀ ਛਲੀ। ਸੰਤਾਂ ਦੀ ਨਿਗਾਹ ਦੇ ਵਿੱਚ ਇਹ ਮਾਇਆ ਵੀ ਨਿਮਾਣੀ ਜਿਹੀ ਜਾਪਦੀ ਹੈ। ਸੰਤਾਂ ਦੇ ਅੱਗੇ ਇਸ ਮਾਇਆ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ। ਸੰਤ ਜਨ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰਕੇ ਰੱਖਦੇ ਹਨ। ਤਾਂ ਕਾ ਸੰਗ ਬਾਛੈ ਸੁਰਦੇਵ, ਅਮੋਗ ਦਰਸ਼ ਸਫਲ ਜਾਂ ਕੀ ਸੇਵ। ਹੇ ਭਾਈ, ਪ੍ਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਵੀ ਲੋੜਦੇ ਰਹਿੰਦੇ ਹਨ। ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦਿੰਦੀ ਹੈ। ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਸੰਤਾਂ ਟਹਿਲ ਦੀਜੈ ਗੁਣ ਤਾਸ। ਇਹ ਭਾਈ, ਨਾਨਕ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਹੈ ਉਸ ਪ੍ਰਮਾਤਮਾ ਦੇ ਅੱਗੇ ਕਿ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ, ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤ ਬਖਸ਼। ਸੋ ਅੱਜ ਦੇ ਅੰਗ ਦੀ ਗੁਰਬਾਣੀ ਤੋਂ ਇਹ ਗੱਲ ਆਪਣੇ ਚੇਤਿਆਂ ਦੇ ਵਿੱਚ ਵਸਾ ਲਈਏ ਕਿ ਅਸੀਂ ਸਦਾ ਇਸ ਦੁਨੀਆ ਦੇ ਉੱਪਰ ਨਹੀਂ ਰਹਿਣਾ। ਜੋ ਕੁਝ ਅਸੀਂ ਇਕੱਠਾ ਕਰਨ ਦੀ ਹੋੜ ਦੇ ਵਿੱਚ ਲੱਗੇ ਹਾਂ, ਇਹ ਗੱਲ ਚੇਤੇ ਰੱਖੀਏ ਕਿ ਅੰਤ ਵੇਲੇ ਪ੍ਰਮਾਤਮਾ ਨੇ ਸਾਡੇ ਤੋਂ ਖੋ ਕੇ ਕਿਸੇ ਹੋਰ ਨੂੰ ਦੇ ਦੇਣਾ। ਸਾਡਾ ਸਰੀਰ ਕੱਚੀ ਮਿੱਟੀ ਦੀ ਗਾਗਰ ਵਰਗਾ ਸਮੁੰਦਰ ਦੀਆਂ ਲਹਿਰਾਂ ਵਿੱਚ ਫਸਿਆ ਹੋਇਆ ਹੈ। ਜੇ ਇੰਝ ਹੀ ਹੰਕਾਰ ਕਰਦੇ ਰਹੇ ਤੇ ਖੁਰ ਜਾਵਾਂਗੇ, ਆਤਮਿਕ ਜੀਵਨ ਤੋਂ ਹੱਥ ਧੋ ਬੈਠਾਂਗੇ। ਜੇਕਰ ਤੁਹਾਡੇ ਮਨ ਦੇ ਵਿੱਚ ਇਹ ਸ਼ੰਕਾ ਹੈ, ਇਹ ਸ਼ੱਕ ਹੈ, ਸ਼ੱਕ ਹੀ ਕਵਾਂਗੇ ਇਹਨੂੰ, ਕਿਉਂਕਿ ਅਸਲੀਅਤ ਨਹੀਂ ਹੈ ਕਿ ਥੋੜ੍ਹੀ ਜਿਹੀ ਹੋਰ ਮਾਇਆ ਇਕੱਠੀ ਕਰ ਲਈਏ ਫੇਰ ਛੱਡ ਦੇਵਾਂਗੇ, ਤਾਂ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦਈਏ। ਇਹ ਮਾਇਆ ਜਿੰਨੀ ਵੱਧ ਇਕੱਠੀ ਕਰਾਂਗੇ ਇਹਦੀ ਭੁੱਖ ਉਨੀ ਜ਼ਿਆਦਾ ਵੱਧਦੀ ਜਾਏਗੀ। ਸੋ ਗੁਰੂ ਦੇ ਲੜ ਲੱਗ ਕੇ ਇਹਦਾ ਤਿਆਗ ਹੀ ਕਰ ਦਈਏ ਤੇ ਚੰਗਾ ਹੈ, ਇਹਦੇ ਮੋਹ ਤੋਂ ਬਚ ਜਾਈਏ ਤੇ ਚੰਗਾ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਜੋ ਸਬਰ ਹੈ, ਸਬਰ ਥੋੜ੍ਹੇ ਵਿੱਚ ਹੀ ਆਉਂਦਾ ਹੈ, ਬਹੁਤੇ ਵਿੱਚ ਕਦੇ ਸਬਰ ਨਹੀਂ ਆਉਂਦਾ। ਜਿੰਨੇ ਥੋੜ੍ਹੇ ਵਿੱਚ ਸਬਰ ਕਰ ਲਿਆ ਤੇ ਕਰ ਲਿਆ, ਜਿਹੜਾ ਬਹੁਤੇ ਦੀ ਹੋੜ ਵਿੱਚ ਇੱਕ ਵਾਰ ਲੱਗ ਗਿਆ ਉਹ ਫਿਰ ਕਦੇ ਸਬਰ ਨਹੀਂ ਕਰ ਪਾਏਗਾ। ਸੰਤ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤੀ ਹੈ, ਇਹਨੂੰ ਵੀ ਆਪਣੇ ਮਨ ਵਿੱਚ ਵਸਾ ਲਈਏ ਤਾਂ ਕਿ ਜੋ ਨਕਲੀ ਸੰਤ ਹਨ ਉਹਨਾਂ ਨੂੰ ਅਸੀਂ ਪਛਾਣ ਸਕੀਏ, ਉਹਨਾਂ ਦੇ ਲੜ ਲੱਗਣ ਤੋਂ ਅਸੀਂ ਬਚ ਸਕੀਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।